ਆਪਾਂ ਇਹ ਪਾਠ ਪੜ੍ਹਦੇ ਹਾਂ, ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵਿਆ, ਭੰਡੋ ਹੋਵੇ ਦੋਸਤੀ ਭੰਡੋ ਚੱਲੈ ਰਾ। ਜਿੱਥੇ ਜਿੱਥੇ ਭੰਡ ਲਫ਼ਜ਼ ਆ ਰਿਹਾ ਉਹਦਾ ਮੀਨਿੰਗ ਬੜਾ ਸਿੱਧਾ ਹੈ ਵੀ ਇਸਤਰੀ ਦੇ ਨਾਲ, ਔਰਤ ਦੇ ਨਾਲ ਸਾਡਾ ਥਾਂ ਪੁਰ ਥਾਂ ਬੀਇੰਗ ਏ ਇਨਸਾਨ ਕਿਵੇਂ ਦਾ ਰਿਲੇਸ਼ਨ ਰਹਿੰਦਾ ਹੈ। ਪਰ ਅਖੀਰ 'ਚ ਜਾ ਕੇ ਜਿਹੜੇ ਬੋਲ ਮਹਾਰਾਜ ਨੇ ਕਿਰਪਾ ਕੀਤੇ ਨੇ ਉਹ ਕੀ ਨੇ? ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਜਿਹੜਾ ਜਨਮ ਮਰਨ ਤੋਂ ਰਹਿਤ ਹੈ, ਜਿਹੜਾ ਇਸ ਵਰਤਾਰੇ ਦੇ ਵਿੱਚ ਨਹੀਂ ਪਿਆ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਤੇ ਮਹਾਰਾਜ ਉਹ ਰਹਿੰਦਾ ਕਿੱਥੇ ਹੈ ਤੇ ਕਰਦਾ ਕੀ ਹੈ? ਹਜ਼ੂਰ ਕਹਿਣ ਲੱਗੇ ਉਹ ਅਬਿਨਾਸੀ ਪੁਰਖ ਹੈ, ਉਹ ਕਦੇ ਨਾਸ਼ਮੰਤ ਨਹੀਂ ਹੈ। ਇਸੇ ਵਾਸਤੇ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਦਾ ਜ਼ਿਕਰ ਆਇਆ ਨਾ, ਤੇ ਰੱਬ ਨੂੰ ਡਿਫਾਈਨ ਕਰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਨੇ ਜਿਹੜੇ ਲਫ਼ਜ਼ ਵਰਤੇ ਨੇ ਉਹ ਬੜੇ ਕਮਾਲ ਦੇ ਨੇ। ਕਿਹੜੇ ਲਫ਼ਜ਼ ਨੇ? ਆਦ ਸੱਚ ਜੁਗਾਦ ਸੱਚ। ਉਹ ਮੁੱਢ ਕਦੀਮਾ ਤੋਂ ਸੱਚ ਦਾ ਮੀਨਿੰਗ ਹੈ ਸਦੀਵੀ ਵਜੂਦ ਵਾਲਾ ਹੈ, ਹੋਂਦ ਵਾਲਾ ਹੈ। ਸੱਚ ਡਜ਼ ਨਾਟ ਮੀਨਸ ਵੀ ਉਹ ਟਰੂ ਹੈ ਤੇ ਕੋਈ ਝੂਠਾ ਵੀ ਹੈਗਾ, ਫਾਲਸ ਨਹੀਂ। ਉਹਦਾ ਮੀਨਿੰਗ ਹੈ ਕਿ ਉਹ ਸਦੀਵੀ ਵਜੂਦ ਵਾਲਾ ਹੈ, ਸਦੀਵੀ ਹੋਂਦ ਵਾਲਾ ਹੈ। ਮੈਂ ਇਹਨੂੰ ਬਿਲਕੁਲ ਸੌਖੇ ਲਫ਼ਜ਼ਾਂ ਦੇ ਵਿੱਚ ਕਵਾਂ, ਅਗਰ ਕੋਈ ਬਿਯੋਂਡ ਆਫ ਟਾਈਮ ਹੈ ਤੇ ਉਹ ਪਰਮੇਸ਼ਰ ਹੈ, ਉਹ ਨਿਰੰਕਾਰ ਹੈ। ਇਹਨੂੰ ਆਸਾ ਦੀ ਵਾਰ ਦੇ ਵਿੱਚ ਮੇਰੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਆਪੀਨੈ ਆਪ ਸਾਜਿਓ ਆਪੀਨੈ ਰਚਿਓ ਨਾਉ। ਅੱਜ ਨਾ ਸਾਡੀ ਜਿਹੜੀ ਰਿਸਰਚ ਹੈ ਜਾਂ ਡਿਸਕਸ਼ਨ ਹੈ ਉਹਦਾ ਬੜਾ ਵੱਡਾ ਚੈਪਟਰ ਹੈ ਕੁਦਰਤ ਦਾ ਤੇ ਗੌਡ ਦਾ। ਤੇ ਮੈਨੂੰ ਪਤਾ ਨਹੀਂ ਤੁਸੀਂ ਇਹਦੇ ਵਿੱਚ ਕਿੰਨਾ ਕੁ ਖੁੱਬੇ ਹੋਏ ਹੋ, ਪਰ ਜਦੋਂ ਲਿਟਰੇਰੀ ਰੂਪ ਦੇ ਵਿੱਚ ਮੇਰੇ ਸਤਿਗੁਰਾਂ ਨੇ ਇਹ ਲਫ਼ਜ਼ ਬੋਲ ਦਿੱਤੇ, ਦੂਈ ਕੁਦਰਤ ਸਾਜੀ ਹੈ। ਦੂਈ ਮੀਨਸ ਸੈਕੰਡਰੀ। ਨਾਮ ਤੇ ਨਾਮੀ, ਨਿਰੰਕਾਰ ਤੇ ਉਹਦਾ ਨਾਮ, ਇਹਨੂੰ ਗੁਰੂ ਗ੍ਰੰਥ ਸਾਹਿਬ ਨੇ ਪੈਰਲਲ ਰੱਖਿਆ। ਇੱਥੇ ਸੈਕੰਡ ਲਫ਼ਜ਼ ਨਹੀਂ ਵਰਤਿਆ। ਮੇਰੇ ਖਿਆਲ ਦੇ ਵਿੱਚ ਮੇਰਾ ਇਸ਼ਾਰਾ ਤੁਹਾਡੇ ਤੱਕ ਪਹੁੰਚ ਗਿਆ। ਫੇਰ ਇੱਕ ਪੰਕਤੀ ਹੋਰ ਸਰਵਣ ਕਰ ਲਓ, ਇਹ ਵੀ ਬਖਸ਼ਿਸ਼ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਹੈ। ਜਦੋਂ ਹਜ਼ੂਰ ਕਹਿੰਦੇ ਨੇ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਸਿਮਰੰਤ ਸੰਤ ਸਰਬੱਤਰ ਰਮਨੰ ਨਾਨਕ ਅਗਨਾਸਨ ਜਗਦੀਸ਼ੁਰੈ, ਪੇਖਣ ਸੁਣਨ ਸੁਨਾਵਨੈ ਮਨ ਮੈਂ ਦ੍ਰਿੜਿਓ ਸਾਚ, ਪੂਰ ਰਹਿਓ ਸਰਬੱਤਰ ਮੈਂ ਨਾਨਕ ਹਰ ਰੰਗ ਰਾਜ, ਹਰ ਏਕ ਨਿਰੰਜਨ ਗਾਈ ਹੈ। ਮਹਾਰਾਜ ਕਿਉਂ ਗਾਈ ਹੈ? ਕਹਿਣ ਲੱਗੇ ਸਭ ਅੰਤਰ ਸੋਈ, ਸਾਰਿਆਂ ਦੇ ਵਿੱਚ ਉਹ ਵਸਦਾ ਪਿਆ। ਮਹਾਰਾਜ ਵਸ ਕੇ ਕਰਦਾ ਕੀ ਪਿਆ? ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਕਰਦਾ ਕੀ ਹੈ? ਖਿਨ ਮੈਂ ਥਾਪ ਉਥਾਪ ਦਾ। ਇਹਨੂੰ ਨਾ ਸੀਕੁਐਂਸ 'ਚ ਪਰੋ ਕੇ ਸਮਝਣ ਦੀ ਲੋੜ ਹੈ, ਫੇਰ ਗੱਲ ਪਕੜ ਦੇ ਵਿੱਚ ਆ ਜਾਂਦੀ ਹੈ। ਕਰਦਾ ਕੀ ਹੈ? ਖਿਣ ਦੇ ਵਿੱਚ ਸੁਖਮਣੀ ਸਾਹਿਬ ਦਾ ਪਾਠ ਚੇਤੇ ਹੋਵੇਗਾ, ਹਰਨ ਭਰਨ ਜਾਂ ਕਾ ਨੇਤਰ ਫੋਰ। ਖਿਣ ਮੈਂ ਥਾਪ ਉਥਾਪਨ ਹਾਰਾ। ਉਹ ਬਣਾਉਣ ਲੱਗਿਆਂ ਵੀ ਖਿਣ ਲਾਉਂਦਾ ਹੈ, ਢਾਣ ਲੱਗਿਆਂ ਵੀ ਖਿਣ ਲਾਉਂਦਾ ਹੈ। ਤੇ ਇਹ ਮਾਲਕ ਦੀ ਖੁਸ਼ੀ ਹੈ, ਮਾਲਕ ਦੀ ਮੌਜ ਹੈ। ਤੇ ਗੁਰੂ ਰੂਪ ਸਾਧ ਸੰਗਤ, ਇੱਕ ਪੰਕਤੀ ਮੈਂ ਇੱਥੇ ਹੋਰ ਕਹਿਣੀ ਚਾਹੁੰਦਾ, ਫਿਰ ਆਪਾਂ ਅਗਲੇ ਅਰਥਾਂ ਵੱਲ ਆਉਂਦੇ ਹਾਂ। ਜਿੱਥੇ ਇਨਸਾਨ ਦੇ ਉੱਤੇ, ਮਨੁੱਖ ਦੇ ਉੱਤੇ, ਨੇਚਰ ਦੇ ਉੱਤੇ, ਪਹਾੜਾਂ ਤੇ ਦਰਖਤਾਂ ਤੇ ਟਾਈਮ ਦਾ ਪ੍ਰਭਾਵ ਹੈ, ਵਕਤ ਦਾ, ਸਮੇਂ ਦਾ ਪ੍ਰਭਾਵ ਹੈ, ਪਰ ਯਾਦ ਰੱਖਿਆ ਜੇ ਇਹ ਗੱਲਾਂ ਰੱਬ ਦੇ ਉੱਤੇ ਨਹੀਂ ਟੋਕਦੀਆਂ। ਰੱਬ ਇਹਦੇ ਤੋਂ ਵੱਖਰਾ ਹੈ, ਰੱਬ ਇਹਦੇ ਤੋਂ ਅਡਰਾ ਹੈ, ਜਾਂ ਉਹਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਹਿ ਭੰਗ ਕਰਕੇ ਸੰਬੋਧਨ ਕਰਦੇ ਹਾਂ। ਖਾਸ ਤੌਰ ਦੇ ਉੱਤੇ ਜਦੋਂ ਕਾਇਨਾਤ ਦੇ ਸਿਸਟਮ ਬਾਰੇ ਗੁਰੂ ਨਾਨਕ ਸਾਹਿਬ ਗੱਲ ਕਰਦੇ ਨੇ ਤੇ ਉਹ ਲਫ਼ਜ਼ ਵਰਤਦੇ ਨੇ, ਭੈ ਵਿੱਚ ਪਵਨ ਵਹੈ ਸਦ ਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਸਗਲਿਆਂ ਭਉ। ਭਉ ਦਾ ਮਤਲਬ ਇੱਥੇ ਹੁਕਮ ਹੈ, ਵੀ ਸਾਰੇ ਉਹਦੇ ਸਿਸਟਮ ਦੇ ਵਿੱਚ ਨੇ, ਉਹਦੇ ਹੁਕਮ। ਸਗਲਿਆਂ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ
ਏਕ, ਜੇ ਕੋਈ ਨਿਰਭਉ ਹੈ, ਜੇ ਕੋਈ ਇਸ ਸਾਰੇ ਵਰਤਾਰੇ ਤੋਂ ਬਾਹਰ ਹੈ ਤੇ ਉਹ ਨਿਰੰਕਾਰ ਹੈ, ਉਹ ਅਕਾਲ ਪੁਰਖ ਹੈ। ਅੱਜ ਅੰਮ੍ਰਿਤ ਵੇਲੇ ਭਗਤ ਨਾਮਦੇਵ ਜੀ ਦਾ, ਉਹਨਾਂ ਦੀ ਆਪਣੀ ਨਿੱਜ ਦੀ ਮਰਾਠੀ ਬੋਲੀ ਦੇ ਵਿੱਚੋਂ ਧਨਾਸਰੀ ਰਾਗ ਦੇ ਵਿੱਚ ਜਿਹੜਾ ਹੁਕਮਨਾਮਾ ਆਇਆ, ਅਸੀਂ ਉਹਦੇ ਅਰਥ ਕਰ ਰਹੇ ਹਾਂ। ਉਹਦਾ ਰਹਾਉ ਵਾਲਾ ਬੰਦ ਹੈ, ਜਿਹਦੇ ਮੀਨਿੰਗ ਨੇ, ਜਿਹਦੀਆਂ ਪੰਕਤੀਆਂ ਨੇ ਕਿ ਸਭ ਨਾਲੋਂ ਪਹਿਲਾਂ ਇਸ ਸ੍ਰਿਸ਼ਟੀ ਦੇ ਵਿੱਚ ਨਿਰੰਕਾਰ ਨੇ ਆਪਣੇ ਆਪ ਨੂੰ ਵਜੂਦ ਵਿੱਚ ਲੈ ਕੇ ਆਂਦਾ। ਬੜਾ ਸਿੰਪਲ ਜਿਹਾ ਸਵਾਲ ਹੈ ਵੀ ਜਦੋਂ ਪਰਮੇਸ਼ਰ ਸਰਗੁਣ ਸਰੂਪ ਵਿੱਚ ਨਹੀਂ ਸੀ ਤਾਂ ਕੀ ਸੀ? ਇਹ ਬੋਲ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਦੇ ਨੇ, ਜਿਨ੍ਹਾਂ ਨੂੰ ਯਾਦ ਹੈ ਉਹ ਜ਼ਰੂਰ ਕਿਰਪਾ ਕਰਿਆ ਜੀ। ਮਹਾਰਾਜ ਕਹਿੰਦੇ ਨੇ, ਨਾ ਉਦੋਂ ਚੰਦਰਮਾ ਸੀ, ਨਾ ਉਦੋਂ ਸੂਰਜ ਸੀ, ਨਾ ਉਦੋਂ ਦਿਨ ਸੀ, ਨਾ ਉਦੋਂ ਰਾਤ ਸੀ, ਨਾ ਇਹ ਸਾਰਾ ਵਰਤਾਰਾ ਚੱਲ ਰਿਹਾ ਸੀ। ਮਹਾਰਾਜ ਉਹਨੂੰ ਤੁਸੀਂ ਆਪਣੀ ਭਾਸ਼ਾ 'ਚ, ਆਪਣੀ ਬੋਲੀ 'ਚ ਕੀ ਕਹਿੰਦੇ ਹੋ? ਹਜ਼ੂਰ ਕਹਿਣ ਲੱਗੇ, ਅਰਬਦ ਨਰਬਦ ਧੁੰਦੂ ਘਾਰਾ ਧਰਨ ਨਾ ਗਗਨਾ। ਧਰਨ ਕਹਿੰਦੇ ਨੇ ਧਰਤੀ ਨੂੰ, ਗਗਨ ਕਹਿੰਦੇ ਨੇ ਆਕਾਸ਼ ਨੂੰ। ਨਾ ਧਰਤੀ ਸੀ, ਨਾ ਆਕਾਸ਼ ਸੀ, ਧਰਨ ਨਾ ਗਗਨਾ। ਹੁਕਮ ਅਫਾਰਾ, ਨਾ ਦਿਨ ਰੈਨ, ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏਂਦਾ। ਹੁਣ ਸੰਸਾਰ ਦੀ ਸਾਇੰਸ ਨੇ, ਵੈਸੇ ਤਾਂ ਨਾ ਪਿੱਛੇ ਜਿਹੜੇ 3 ਸਾਲ ਲੰਘ ਕੇ ਗਏ ਨੇ, ਸੱਚੀ ਮੁੱਚੀ ਮੇਰਾ ਵਿਸ਼ਵਾਸ ਪਹਿਲਾਂ ਵੀ ਸੀਗਾ, ਯੂਨੀਵਰਸਿਟੀ 'ਚ ਪੜ੍ਹਦਿਆਂ ਪੜ੍ਹਾਉਂਦਿਆਂ, ਉਹ ਹੋਰ ਪਰਪੱਕ ਹੋ ਗਿਆ, ਹੋਰ ਮਜ਼ਬੂਤ ਹੋ ਗਿਆ ਜਦੋਂ ਨਾ ਅਣ ਦਿਸਣ ਵਾਲੇ ਵਾਇਰਸ ਨੇ ਸਾਰੀ ਦੁਨੀਆ ਠੱਲ ਕੇ ਰੱਖ ਦਿੱਤੀ। ਹੋ ਸਕਦਾ ਹੈ ਇਸ ਤੋਂ ਪਹਿਲਾਂ ਬੰਦਾ ਗੱਲ ਕਰਦਾ ਹੋਵੇ ਜੀ ਟੈਕਨੋਲੋਜੀ ਕਿੱਡੀ ਐਡਵਾਂਸ ਹੋ ਗਈ ਹੈ, ਬੰਦਾ ਦੂਰ ਬੈਠਿਆਂ ਕਿੱਡੀ ਗੱਲਬਾਤ ਇੱਕ ਦੂਜੇ ਨਾਲ ਕਰ ਸਕਦਾ ਹੈ। ਤੁਸੀਂ ਮੈਨੂੰ ਦੱਸੋ ਵੀ ਸੰਸਾਰ ਪੱਧਰ ਦੇ ਉੱਤੇ ਕਿਹੜਾ ਬੰਦਾ ਹੈ ਜਿਹੜਾ ਇਸ ਵਰਤਾਰੇ ਤੋਂ ਜਾਣੇ ਅਣਜਾਣੇ ਦੇ ਵਿੱਚ ਪ੍ਰਭਾਵਿਤ ਨਹੀਂ ਹੋਇਆ? ਇਸ ਸਾਰੇ ਕੁਛ ਨੇ ਦੁਨੀਆ ਨੂੰ ਆਪਣੇ ਕਲਾਵੇ ਦੇ ਵਿੱਚ ਨਹੀਂ ਲਿਆ। ਇਥੋਂ ਇੱਕ ਗੱਲ ਤੇ ਸਪਸ਼ਟ ਹੈ, ਮਨ ਤਗੜਾ ਕਰਕੇ ਸੁਣਿਆ ਜੇ ਅਜੇ ਵੀ ਕਿਸੇ ਮਨ 'ਚ ਭੁਲੇਖਾ ਜਾਂ ਅਹੰਕਾਰ ਹੈਗਾ ਨਾ, ਤੇ ਐਦੂ ਵੱਡਾ ਵਰਤਾਰਾ ਮੈਨੂੰ ਲੱਗਦਾ ਨਹੀਂ ਦੁਨੀਆ 'ਚ ਵਰਤੇਗਾ। ਇਹ ਸਾਨੂੰ ਕੱਢ ਦੇਣਾ ਚਾਹੀਦਾ, ਭਾਵੇਂ ਉਹ ਗਿਆਨ ਦਾ ਹੋਵੇ, ਭਾਵੇਂ ਅਕਲ ਦਾ ਹੋਵੇ, ਭਾਵੇਂ ਖੋਜ ਦਾ ਹੋਵੇ, ਵੀ ਕਿੰਨਾ ਹੀ ਚਿਰ ਲੱਗ ਗਿਆ ਇਹ ਇਨਵੈਸਟੀਗੇਟ ਕਰਨ ਦੇ ਉੱਤੇ ਵੀ ਅਸਲ ਕਹਾਣੀ ਹੈ ਕੀ ਹੈ। ਤੇ ਅਜੇ ਵੀ ਉਹਦੇ ਸਿਨਾਰੀਓ ਦੇ ਵਿੱਚ ਕਿੰਨੀਆਂ ਗੱਲਾਂ ਨੇ ਸੱਜੇ ਖੱਬੇ ਪਈਆਂ ਹੋਈਆਂ, ਉਹ ਸਾਡੇ ਤੱਕ ਜਿਸ ਤਰ੍ਹਾਂ ਦੀ ਇਨਫੋਰਮੇਸ਼ਨ ਫੀਡ ਕੀਤੀ ਗਈ ਉਹ ਸਾਡੇ ਮਾਈਂਡ ਦੇ ਵਿੱਚ ਪ੍ਰਿੰਟ ਹੋ ਗਈ। ਪਰ ਫਾਈਨਲਾਈਜ਼ ਅਥਾਰਟੀ ਕੀ ਹੈ ਉਹ ਵਾਹਿਗੁਰੂ ਜਾਣਦਾ ਹੈ, ਨਿਰੰਕਾਰ ਜਾਣਦਾ ਹੈ। ਫਿਰ ਅੱਗੇ ਚੱਲੀਏ। ਸਹਿਭੰਗ, ਰੱਬ ਨੇ ਆਪਣੇ ਆਪ ਨੂੰ ਨਿਰਗੁਣ ਤੋਂ ਸਰਗੁਣ ਸਰੂਪ ਦੇ ਵਿੱਚ ਲੈ ਕੇ ਆਂਦਾ। ਇਹਨੂੰ ਸੰਸਾਰ ਦੀ ਸਾਇੰਸ ਕਹਿੰਦੀ ਹੈ ਬਿਗ ਬੈਂਗ ਦੀ ਥਿਊਰੀ, ਵੀ ਕੋਈ ਧਮਾਕਾ ਹੋਇਆ ਤੇ ਉਸ ਧਮਾਕੇ ਤੋਂ ਬਾਅਦ ਸ੍ਰਿਸ਼ਟੀ ਵਜੂਦ ਵਿੱਚ ਆ ਗਈ। ਇੱਕ ਗੱਲ ਹੋਰ, ਇਹ ਤੁਹਾਨੂੰ ਯਾਦ ਹੈ ਸਾਰਿਆਂ ਨੂੰ, ਇਹ ਵੀ ਸਰਵਣ ਕਰ ਲਓ ਜਾਂਦੇ ਜਾਂਦੇ। ਮਹਾਰਾਜ ਨੂੰ ਕਿਸੇ ਨੇ ਪੁੱਛਿਆ ਵੀ ਦਾਤਾ ਜੀ ਘੱਟੋ ਘੱਟ ਇਹ ਹੀ ਦੱਸ ਦਿਓ ਸ੍ਰਿਸ਼ਟੀ ਰਚਨਾ ਦੇ ਬਾਰੇ, ਦਿਨ ਕਿਹੜਾ ਸੀ, ਮਹੀਨਾ ਕਿਹੜਾ ਸੀ, ਵਾਰ ਕਿਹੜਾ ਸੀ? ਗੁਰੂ ਨਾਨਕ ਸਾਹਿਬ ਮੁਸਕਰਾਉਂਦਿਆਂ ਕਹਿਣ ਲੱਗੇ, ਭਾਈ ਸੱਚੀ ਗੱਲ ਤੇ ਇਹ ਹੈ, ਥਿਤ ਵਾਰ ਨਾ, ਸਾਰੇ ਬੋਲੋ ਇਕੱਠੇ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਂ ਨਾ ਕੋਈ। ਮਹਾਰਾਜ ਕੋਈ ਜਾਣਦਾ ਹੈ? ਕਹਿਣ ਲੱਗੇ ਹਾਂ ਬਿਲਕੁਲ ਜਾਣਦਾ। ਮਹਾਰਾਜ ਕੌਣ ਜਾਣਦਾ? ਜਾਂ ਕਰਤਾ ਸਿਰ ਠੀਕ ਕੋ ਸਾਜੇ, ਇਹਨੂੰ ਬਣਾਉਣ ਵਾਲਾ ਜਿਹੜਾ, ਜਿਹਨੇ ਇਹਦੀ ਘਾੜਤ ਘੜੀ ਹੈ, ਜਿਹੜਾ ਇਹਨੂੰ ਨਿਰਗੁਣ ਤੋਂ ਸਰਗੁਣ ਸਰੂਪ ਦੇ ਵਿੱਚ ਲੈ ਕੇ ਆਇਆ, ਜਿਹਨੂੰ ਤੂੰ ਸੰਬੋਧਨ ਕਰਨ ਵਾਸਤੇ ਸਹਿਭੰਗ ਲਫ਼ਜ਼ ਵਰਤਦਾ, ਜਿਹਦੇ ਬਾਬਤ ਤੂੰ ਪੜ੍ਹਦਾ ਆਪੀਨੈ ਆਪ ਸਾਜਿਓ, ਆਪੀਨੈ ਰਚਿਓ ਨਾਉ, ਦੂਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ। ਸੈਕੰਡਰੀ ਨੰਬਰ ਦੇ ਉੱਤੇ ਪਰਮੇਸ਼ਰ ਨੇ ਕੁਦਰਤ ਨੂੰ ਬਣਾਇਆ ਤੇ ਇਹਦੇ 'ਚ ਕੋਈ ਸ਼ੱਕ ਨਹੀਂ। ਸਾਧ ਸੰਗਤ, ਦੁਨਿਆਵੀ ਕਾਰੀਗਰ ਹੈ ਜਿਹੜਾ, ਉਹ ਕੋਈ ਵੀ ਵਸਤੂ ਪਦਾਰਥ ਮਟੀਰੀਅਲ ਦਾ ਕੁਛ ਵੀ ਤਿਆਰ ਕਰਦਾ ਹੈ, ਆਪਣੀ ਕੰਪਨੀ ਦਾ ਲੋਗੋ, ਆਪਣੀ ਕੰਪਨੀ ਦਾ ਸਾਈਨ ਆਪਣੀ ਬਣਾਈ ਹੋਈ ਵਸਤੂ ਧਾਤ ਦੇ ਉੱਤੇ ਲਾ ਦਿੰਦਾ ਹੈ।
पर सदके जाइए इस सृष्टि दे रचनहारे कादर दे जड़ा दुनिया नू बना के इहदे नालों वखरा नहीं होया। इहदे विच गुरु नानक साहब कहिंदे ने आसन ला के बह गया। आखो प्यार नाल सतनाम। कर आसन ते फिर जे कंपनी डुब जाए ना, शेयर घाटे च चले जान, बंदा अफसोस करदा ना। हजूर कहन लगे नहीं, वो बना के अफसोस विच नहीं हैगा, वो चाह दे नाल। ते ये जो कुछ दुनिया दे विच खेडिया जा रहा है ना, ਉਹਨੂੰ ਇਸ ਗੱਲ ਦੀ ਦਿੱਕਤ नहीं हैगी। सज्जा जिते खब्बा हारे, पर ਉਹ हर वेले नानक भगतां सदा विगास, ਉਹ खेड़े दे विच है, आनंद दे विच है, चढ़दी कला दे विच है। ਉਹਨੂੰ कोई झरोखा मायूसी नाराजगी नहीं है। ते दूजे नंबर दे उत्ते ਉਹ ਬੰਦਾ ਉਹਨੂੰ नाराजगी नहीं हैगी ਜਿਹੜਾ ਉਹਦੇ ਨਾਲ जुड़ गया, ਜਿਹਦੀ ਉਹਦੇ ਨਾਲ ਸਾਂਝ बन गई है। इस तो अगली पंक्ति पहलपुर सा बिरा, पहले नंबर दे उत्ते ओ अकाल पुरख परिपूर्ण परमेश्वर अपने वजूद नू होंद विच लै के आया। अथोन, अथोन दा मतलब है दूजे नंबर दे उत्ते सैकेंडरी। दूजे नंबर दे उत्ते महाराज सच्चे पातशाह जी ने की कीता है, कहन लगे उस निरंकार ने ये सृष्टि घड़ी है, ये कायनात बनाई है। मैं फिर तुहानू बेनती करन लगा, मैं गल विचे छड्ड के पासे चला गया सा। सारियां धर्मां ने सृष्टि रचना दे बाबत अपने अपने ख्याल दुनिया दे सन्मुख उजागर कीते ने। खास तौर दे उत्ते जदों बाइबल दा ओल्ड टैस्टामेंट पढ़दे आ, उहदा जिहड़ा पंजाबी तर्जमा है कि जिहड़ी संसार दी उत्पत्ति है वो शब्द तो होई है। ते दाने सज्जन लिखदे ने कुरान दीयां आयतां दे विच कि अल्लाह ताला ने कक्के नू औंकड़ ते नन्ना लफज उचारण किया, जिन्हों कुन कहिंदे आ। ते कुन अखर दे नाल जिहड़ा ये ब्रह्मांड है, इहदा पसारा पसरिया, ये वजूद दे विच आया। ते जदों ये सवाल गुरु ग्रंथ साहब पातशाह जी महाराज दे सन्मुख आया, ते मैं सिर्फ अद्धी पंक्ति पढ़ी सी। हुण उस तो अगे चलदे आ। धन सतगुरु श्री गुरु ग्रंथ साहब पातशाह जी महाराज बख्शिश करदे ने, साचे ते पवना पया। सच्चे तो भाव है अकाल पुरख निरंकार वाहिगुरु। पवन इनू जे अजोकी बोली विच कहना होवे भी गैस बनी। गैस फॉर एग्जाम्पल हाइड्रोजन प्लस ऑक्सीजन इज इक्वल टू वाटर। बाबा कबीर जी दा एक शब्द इत्थे समझते चलीए, फिर आपां मैनूं लगदा भी होर नेड़े हो जाएंगे अपने अज दे शब्द दे। भगत जी कहिंदे ने कि दुनिया दे लोगो, ये फिलोसफी का पक्ष है, थोड़ी जी एकाग्रता बख्शिया जी। बंदे ते रब दे विच इन्ना कु फर्क है जिन्ना सूरज ते ओदियां किरणां दे विच, जिन्ना चंद्रमा ते ओदी रोशनी दे विच, जिन्ना पानी दी एक बूंद ते समुंदर दे विच। ये तिन्ने एग्जाम्पलां सरवण करके ਜਿਹੜਾ सुनन वाला है वह कहता भगत जी भी मेरे गल पल्ले नहीं पई, तुसी कहना की चाहते जी। वो कहता कि मैं सिर्फ यही दसना चाहना कि इंसान नू याद रखन दी लोड़ है, सूरज दियां किरणां दी होंद केवल ते केवल सूरज करके है, चंद्रमा दी रोशनी केवल ते केवल चंद्रमा करके है, पानी दी एक बूंद दा वजूद केवल ते केवल समुंदर करके है। मनुख तेरा इस संसार विच होना ही परम पिता परमेश्वर दे वजूद दा कारण है, तू ओदे करके है। ये चेते रखिया जे इतिहास दे सुनहरी पन्नियां दे विच जिन्नियां चीज़ां भी मेरे गुरु गोबिंद सिंह पातशाह जी महाराज, मेरे गुरु नानक साहब पातशाह जी महाराज दी संगत दे विच आईयां, जे वो कलगी आई, जे वो घोड़ा आया, ते तुसी यकीन करो वो सारियां चीज़ां दुनियावी पद्धर दे उत्ते जिन्नियां मर्जी मुलवान होण, पर जदों मेरे गुरु दी संगत विच आ गईयां ते फिर वो कीमत तो किते उत्ते चलियां गईयां। अज कलगी दा नां जदों साडे सामने आउंदा है
किस तरह की तस्वीर साडे ध्यान च बनती है जदों असी बाजां वाला कहते हैं, जदों असी नीले दा छाह असवार कहने आ। ओ भलिया सिखा, ये गुरु ग्रंथ साहब दे बोल ने, कहो कबीर ए राम की अंश जस कागद पर मिटे ना मनस। ओ बंदिया तेरे विच ते परम पिता परमेश्वर विच सिर्फ इन्ना ही फर्क है, पंभीरी के पात पार दो बिन पेखे दो रायो। साडे वड्डे वडेरे ने गल कहंदे हुंदे सी, पुत्तर कंधो ओले प्रदेश है भी जिहदे पार नहीं वेखिया जा सकदा। आत्मा ते परमात्मा दे विच बड़ा सूक्ष्म पड़दा है, बरीक पड़दा है। ते ओ बरीक पड़दे नूं गुरु ग्रंथ साहब पातशाह जी महाराज कहंदे ने जिद्दां तितली दा खंभ है, सिर्फ एडा पड़दा है। ते तुसीं ओदी मजबूती वेखो, किड्डी उम्र बंदा भोग जांदा है, विचारे कोल ओ नहीं टप्पिया जांदा, ओहदे पारले पासे नहीं जाया जांदा। इहनूं ही गुरु नानक साहब ने कहा ना, किम सचियारा होई है किम कूड़ै टुटै पाल। ये कूड़ दी कंध बस इन्हें ही आत्मा ते परम आत्मा नूं अडरों अड कीता होया है, वखरिया कीता होया है। ते धन सतगुरु श्री गुरु नानक साहब पातशाह जी महाराज दी ना, समा बिल्कुल सीमित जिहा रह गया, तो मैं चाहुंदा भी आपां इहदे अखरी अर्थ जरूर कर लईए। एक साखी सिर्फ इस नुकते नूं समझण वास्ते। लंबेरा समा पीर दस्तगीर उडीक करदा है गुरु नानक साहब दी, बहुत लंबा समा। बड़ा मन दे विच चाह है, बड़ी महिमा उन्हें गुरु नानक साहब दी सुनी है। जिन्नियां भी खबरां उहदे कोल पहुंचियां गुरु नानक साहब दे बाबत, उन्हें मन च एक गल पक्की ठान लई भी मेरे सवालों का जवाब अगर किसी कोल है तो गुरु नानक साहब ने। अज तिकर कन्वरसेशन दे विच, गलबात दे विच गुरु नानक साहब पातशाह जी महाराज दियां अकट दलीलां दे अगे पूरी दुनिया सरंडर कर गई, पूरी दुनिया झुक गई। वड्डे वड्डे लोकां ने जोर लाया, किन्ना चंगा होवे ये बाबा, ये नौजवान, ये साडे विच शामिल हो जाए, साडा हिस्सा बन जाए। भावें वो जोगी सी, भावें सिद्ध सी, भावें नाथ सी, किन्ने भी संसार दे लोग सी, एकाग्रता बख्शिया जी। इसे ध्यान दे विच ही जदों पीर दस्तगीर दे कोल गुरु नानक साहब पातशाह जी महाराज पुजे ने, उन्हें बड़ी आओ भगत की, बड़ी सेवा की, जिन्नी वो वध तो वध कर सकदा सी उन्नी खिदमत की गुरु नानक साहब दी। ते सेवा करन दे नाल नाल वो 3 सवाल गुरु नानक साहब दे सन्मुख रखदा है। हो सकदा है साडे भी किसी दे मन विच ये 3 सवाल होण। पहला सवाल पीर दस्तगीर ने गुरु नानक साहब पातशाह जी महाराज नूं कीता है, दाता जी ये किरपा करो ते मैनूं दसो भी की रब है। गुरु नानक साहब दा जवाब सी, पीर दस्तगीर कोई शक दो रावां ही नहीं, जे तू सच पुछे ते हकीकत यह है बगैर रब तो होर कख नहीं, जड़ी सच्चाई है। दूजा सवाल कहने लगे, महाराज कोई गल नहीं, जे रब है तो मैनू ये दसो वो इन अखां नाल दिसदा क्यों नहीं। तीजा सवाल, कोई गल नहीं जे नहीं दिसदा तो फिर घट्टो घट ये ही दस दिओ भी वो कर की सकदा है, ਉਹਦੇ ਵਿੱਚ पावर की है, समर्था की है। ये 3 सवाल धन सतगुरु श्री गुरु नानक साहब पातशाह जी महाराज ने जदों सरवण कीते, मेरे साहिबां दी खिदमत दे विच पीर दस्तगीर ने दुध दा कटोरा भेटा कीता, दुध दा कौला जी आपां कह लईए, बाटा कह लईए। ते ओ कौला गुरु नानक साहब पातशाह जी महाराज पीर वल करके कहंदे ने, दस्तगीर मैनू ये दस भी इस दुध दे विच मक्खन हैगा। पीर दस्तगीर कहन लगा, महाराज कोई शक दो रावां ही नहीं। साईं बाबा बुल्ले शाह दी एक रुबाई है, जे तुसीं मैनू आग्या दिओ ते मैं वो सुनावां तुहानूं। साईं बाबा बुल्ले शाह जी कहंदे ने, मूँह आई बात ना रहिंदी ए, झूठ आखां ते कुछ बचदा ए, सच आखियां भांबड़ मचदा ए, जी दोहां गल्लां नूं जचदा जच जच के जेबा कहंदी ए, मूँह आई बात ना रहिंदी ए। जिस पाया भेत कलंदर दा, राह खोजिया अपने अंदर दा,
ਉਹ ਵਾਸੀ ਹੈ ਸੁਖ ਮੰਦਰ ਦਾ, ਜਿੱਥੇ ਚੜ੍ਹਦੀ ਏ ਨਾ ਲੈਂਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਮੈਂ ਬਹੁਤ ਸਾਰੀਆਂ ਪੰਕਤੀਆਂ ਛੱਡ ਗਿਆ, ਅਖੀਰਲੀ ਪੰਕਤੀ ਜਿਹਦਾ ਸੰਬੰਧ ਸਾਡੇ ਵਿਸ਼ੇ ਨਾਲ ਹੈ। ਸਾਈਂ ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਨੇ, ਦੁਨੀਆ ਦੇ ਲੋਗੋ ਬੁੱਲੇ ਸ਼ਾਹ ਤੇਥੋਂ ਵੱਖ ਨਹੀਂ, ਬਿਨ ਸ਼ੋ ਹੋਰ ਪੀ ਕੱਖ ਨਹੀਂ। ਰੱਬ ਤੋਂ ਬਿਨਾ ਕੱਖ ਨਹੀਂ ਹੈਗਾ। ਤੇ ਬਾਬਾ ਬੁੱਲੇ ਸ਼ਾਹ ਜੀ ਫਿਰ ਸਮੱਸਿਆ ਕਿੱਥੇ ਹੈ? ਮੇਰੇ ਖਿਆਲ ਤੁਹਾਨੂੰ ਯਾਦ ਹੋਏਗੀ ਅਗਲੀ ਪੰਕਤੀ, ਕਈ ਵਾਰੀ ਸੁਣੀ ਹੋਏਗੀ ਤੁਸੀਂ। ਬੁੱਲੇ ਸ਼ਾਹ ਤੇਥੋਂ ਵੱਖ ਨਹੀਂ, ਬਿਨ ਸ਼ੋ ਹੋਰ ਪੀ ਕੱਖ ਨਹੀਂ, ਪਰ ਵੇਖਣ ਵਾਲੀ ਆ ਸਮੱਸਿਆ ਹੈ, ਅੱਖ ਨਹੀਂ ਹੈਗੀ। ਨਾਨਕ ਸੇ ਅੱਖੜੀਆਂ ਬਿਆਨ, ਉਹ ਰਿਅਲਾਈਜੇਸ਼ਨ ਵਾਲੀਆਂ ਅੱਖਾਂ ਨੇ, ਜਿਹਨੂੰ ਆਪਾਂ ਜਦੋਂ ਸਮਾਪਤੀ ਕਰਦੇ ਹਾਂ ਜਾਪ ਸਾਹਿਬ ਦੀ, ਦੁਕਾਲੰਗ ਪਰਨਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ। ਗੁਰੂ ਰੂਪ ਸਾਧ ਸੰਗਤ ਅਹਿਸਾਸ ਦੇ ਵਿੱਚੋਂ ਸਿਰਮੋਰ ਅਹਿਸਾਸ ਹੈ। ਕੋਈ ਬੰਦਾ ਮਨ ਕਰਕੇ ਮੰਨ ਲੈ ਰੱਬ ਮੇਰੇ ਨਾਲ ਹੈ, ਇਸ ਤੋਂ ਵੱਡਾ ਅਹਿਸਾਸ ਕੋਈ ਨਹੀਂ ਹੈਗਾ। ਇਹ ਦੁਨੀਆ ਦੀ ਸਿਖਰ ਹੈ ਤੇ ਇਹ ਅਹਿਸਾਸ ਬਾਬੇ ਕਬੀਰ ਨੇ ਮਾਣਿਆ। ਪੂਰਾ ਬਨਾਰਸ ਸ਼ਹਿਰ ਇੱਕ ਪਾਸੇ, ਬਾਬਾ ਕਬੀਰ ਕੱਲਾ ਇੱਕ ਪਾਸੇ। ਤੇ ਉਹ ਇਹੋ ਹੀ ਕਹਿੰਦਾ ਹੈ ਵੀ ਜਿਸ ਦਿਨ ਮੇਰੇ ਵਾਲਾ ਸਵਾਦ ਇਹਨਾਂ ਲੋਕਾਂ ਨੂੰ ਆ ਗਿਆ, ਇਹਨਾਂ ਮੇਰੇ ਨਾਲੋਂ ਵੀ ਵੱਧ ਚੜ ਕੇ ਸੱਚ ਦਾ ਹੌਕਾ ਦੇਣਾ ਹੈ। ਅਜੇ ਅੱਖਾਂ ਦੇ ਵਿੱਚ ਹਨੇਰਾ ਹੈ, ਉਹ ਸੱਚ ਦਾ ਗਿਆਨ ਨਹੀਂ। ਇਹ ਪੰਕਤੀ ਪੂਰੀ ਕਰ ਲਈਏ। ਨਾਨਕ ਸੇ ਅੱਖੜੀਆਂ ਬਿਆਨ, ਬਿਆਨ ਦਾ ਮਤਲਬ ਹੋਰ, ਉਹ ਅੱਖਾਂ ਹੀ ਹੋਰ ਨੇ। ਜਿਨੇ ਦਿਸੰਦੋ ਮਾਂ ਪੀਰੀ, ਜਿਨ੍ਹਾਂ ਅੱਖਾਂ ਦੇ ਨਾਲ ਸ੍ਰਿਸ਼ਟੀ ਦੇ ਰਚਨਹਾਰੇ ਨੂੰ ਵੇਖਿਆ ਜਾ ਸਕਦਾ, ਦਰਸ਼ਨ ਕੀਤੇ ਜਾ ਸਕਦੇ ਨੇ। ਪੀਰ ਦਸਤਗੀਰ ਵੱਲ ਦੁੱਧ ਦਾ ਕਟੋਰਾ ਕਰਕੇ ਮਹਾਰਾਜ ਕਹਿੰਦੇ 10 ਇਹਦੇ ਵਿੱਚ ਮੱਖਣ ਹੈ। ਕਹਿੰਦੇ ਮਹਾਰਾਜ ਕੋਈ ਸ਼ੱਕ ਹੀ ਨਹੀਂ, 2 ਰਾਵਾਂ ਹੀ ਨਹੀਂ, ਬਿਲਕੁਲ ਹੈ। ਤੇ ਮਹਾਰਾਜ ਕਹਿੰਦੇ ਦਿਸਦਾ ਕਿਉਂ ਨਹੀਂ? ਕਹਿੰਦੇ ਮਹਾਰਾਜ ਇੱਕ ਲੰਬਾ ਪ੍ਰੋਸੈਸ ਹੈ ਜਿਹਦੇ ਵਿੱਚੋਂ ਲੰਘ ਕੇ ਮੱਖਣ ਨਜ਼ਰ ਆਵੇਗਾ। ਸਾਧ ਸੰਗਤ, ਦੁਨੀਆ ਦੇ ਹਰ ਬੀਜ ਵਿੱਚ ਦਰਖਤ ਵਾਲੇ ਪੂਰੇ ਗੁਣ ਮੌਜੂਦ ਨੇ। ਹਰ ਜਨਮ ਲੈਣ ਵਾਲੇ ਇਨਸਾਨ ਦੇ ਵਿੱਚ ਰੱਬ ਵਾਲੇ ਪੂਰੇ ਗੁਣ ਮੌਜੂਦ ਨੇ। ਹਰ ਬੀਜ ਦਰਖਤ ਨਹੀਂ ਬਣਦਾ, ਹਰ ਬੰਦਾ ਰੱਬ ਨਹੀਂ ਬਣਦਾ। ਜੇ ਬੀਜ ਨੇ ਦਰਖਤ ਬਣਨਾ, ਇਟ ਵਿਲ ਬੀ ਵੈਰੀ ਲੌਂਗ ਪ੍ਰੋਸੈਸ। ਉਹਨੂੰ ਆਪਣੇ ਆਪ ਨੂੰ ਧਰਤੀ 'ਚ ਦਫਨਾਣਾ ਪਵੇਗਾ, ਸਭ ਕੁਝ ਮਿਟਾ ਕੇ ਖਤਮ ਕਰਕੇ। ਤੇ ਤੁਸੀਂ ਇਮੈਜੀਨੇਸ਼ਨ ਕਰੋ ਕਿੰਨੀ ਸਟਰੈਂਥ ਉਸ ਬੀਜ ਦੇ ਵਿੱਚ ਹੈ। ਧਰਤੀ ਦਾ ਸੀਨਾ ਪਾੜ ਕੇ ਉਹ ਬਾਹਰ ਆ ਰਿਹਾ ਹੈ। ਇੰਨੀ ਖਮਤਾ ਹੈ, ਇੰਨੀ ਐਨਰਜੀ, ਪਾਵਰ, ਸਟਰੈਂਥ ਹੈ ਇੱਕ ਹਿਊਮਨ ਬੀਇੰਗ 'ਚ। ਪਰ ਕਦੋਂ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਫੇਰ ਵਾਪਸ ਆ ਜਾਈਏ। ਪੀਰ ਦਸਤਗੀਰ ਕਹਿੰਦਾ ਹੈ ਮਹਾਰਾਜ ਇਸ ਦੁੱਧ ਦੇ